मॉर्निंग स्टूडेंट्स। ਅੱਜ ਆਪਾਂ ਆਪਣੀ ਸਿਲੇਬਸ ਦੀ ਤੀਸਰੀ ਪੋਇਮ ਸੈਕਸ਼ਨ ਬੀ ਦੀ ਤੀਸਰੀ ਪੋਇਮ ਹੈ ਦ ਐਕੋਇੰਗ ਗ੍ਰੀਨ। ਉਸ ਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ, ਉਸ ਦੀ ਪੈਰਾਫਰੇਜ਼ ਤੇ ਐਕਸਪਲੇਨੇਸ਼ਨ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਪੋਇਮ ਨੂੰ ਵਿਲੀਅਮ ਬਲੇਕ ਨੇ ਲਿਖਿਆ ਹੋਇਆ ਹੈ। ਵਿਲੀਅਮ ਬਲੇਕ ਇੱਕ ਬਹੁਤ ਹੀ ਫੇਮਸ ਪੋਇਟ ਨੇ, ਇੰਗਲੈਂਡ ਦੇ ਰੋਮਾਂਟਿਕ ਪੋਇਟ ਨੇ। ਜਿਵੇਂ ਕਿ ਇੰਟਰੋਡਕਸ਼ਨ ਦੇ ਵੀ ਸਾਨੂੰ ਦੱਸਿਆ ਹੋਇਆ ਹੈ ਕਿ ਇਹ ਜਿਹੜੀ ਪੋਇਮ ਹੈ ਦ ਐਕੋਇੰਗ ਗ੍ਰੀਨ, ਇਹ ਉਹਨਾਂ ਦੀ ਇੱਕ ਬੁੱਕ ਹੈ ਸੌਂਗਸ ਆਫ ਇਨੋਸੈਂਸ, ਉਸ ਚੋਂ ਲਈ ਗਈ ਹੈ। ਇਸੇ ਤਰ੍ਹਾਂ ਦੀ ਉਹਨਾਂ ਦੀ ਇੱਕ ਬੁੱਕ ਸੌਂਗਸ ਆਫ ਐਕਸਪੀਰੀਅੰਸ ਵੀ ਹੈ, ਤਾਂ ਇਹ ਸੌਂਗਸ ਆਫ ਇਨੋਸੈਂਸ ਚੋਂ ਲਈ ਗਈ ਹੈ। ਤਾਂ ਇਸ ਦੇ ਵਿੱਚ ਕੀ ਹੈ, ਪੋਇਮ ਕਿਵੇਂ ਹੈ ਕਿ ਇਹ, ਜਿਵੇਂ ਕਿ ਸੈਕਿੰਡ ਲਾਈਨ ਦੇ ਵਿੱਚ ਦੱਸਿਆ ਕਿ ਇਟ ਇਜ਼ ਐਨ ਐਕਸਟੈਂਡਡ ਮੈਟਾਫੋਰ ਫॉर द प्रोग्रेस ऑफ ह्यूमन लाइफ थ्रू इट्स डिफरेंट स्टेजेस। ਮੈਟਾਫੋਰ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇੱਕ ਇਹੋ ਜਿਹੀ ਟਰਮ ਹੈ ਜਿਹਦੇ ਵਿੱਚ ਅਸੀਂ ਕੋਈ ਤੁਲਨਾ ਕਰਦੇ ਹਾਂ ਨਾ, ਤਾਂ ਇਸ ਪੋਇਮ ਦੇ ਵਿੱਚ ਵੀ ਬੱਚਿਓ ਕਵੀ ਨੇ ਕੀ ਕਰਿਆ ਹੈ ਕਿ ਜਿਹੜੀ ਸਾਡੀ ਹਿਊਮਨ ਲਾਈਫ ਹੈ, ਇੱਕ ਸਾਡੀ ਮਨੁੱਖੀ ਜੀਵਨ ਹੈ, ਜਿਵੇਂ ਜਨਮ ਤੋਂ ਲੈ ਕੇ ਮਰਨ ਤੱਕ ਚੱਲਦਾ ਹੈ, ਤਾਂ ਉਸ ਨੂੰ ਉਸਨੇ ਇੱਕ ਨੇਚਰ ਦੇ ਫੁੱਲ ਡੇ ਦੇ ਨਾਲ, ਪੂਰੇ ਦਿਨ ਦੇ ਨਾਲ ਰਿਲੇਟ ਕਰਕੇ ਸਾਨੂੰ ਦੱਸਿਆ ਹੋਇਆ। ਤਾਂ ਇਸ ਕਰਕੇ ਇਹ ਇੱਕ ਐਕਸਟੈਂਡਡ ਮੈਟਾਫੋਰ ਹੈ। ਤਾਂ ਜਿਵੇਂ ਆਪਾਂ ਪੋਇਮ ਸਮਝਾਂਗੇ ਸਾਨੂੰ ਜ਼ਿਆਦਾ ਪਤਾ ਲੱਗੇਗਾ। ਤੇ ਇਸ ਪੋਇਮ ਦੀ ਇੱਕ ਹੋਰ ਖਾਸੀਅਤ ਉਹ ਇਹ ਹੈ ਕਿ ਦੇयर इज नो नेगेटिव इमोशन ऑफ fear, despair, pain or grief ruffles the peace and serenity of the green। ਪੂਰੀ ਪੋਇਮ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਦੁੱਖ ਵਾਲਾ ਪਲ ਤੁਹਾਨੂੰ ਨਹੀਂ ਮਿਲੇਗਾ। ਇਹ ਪੋਇਮ ਬਹੁਤ ਹੀ ਚੀਅਰਫੁਲ ਮੂਡ ਦੇ ਵਿੱਚ ਹੈ, ਬਹੁਤ ਹੀ ਖੁਸ਼ੀ ਵਾਲੇ ਮਾਹੌਲ ਦੇ ਵਿੱਚ ਲਿਖੀ ਹੋਈ ਪੋਇਮ ਹੈ, ਤੇ ਕੋਈ ਵੀ ਨੈਗੇਟਿਵ ਇਮੋਸ਼ਨ ਤੁਹਾਨੂੰ ਇਸ ਪੋਇਮ ਦੇ ਵਿੱਚ ਨਜ਼ਰ ਨਹੀਂ ਆਏਗਾ। ਪੋਇਮ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜੇ ਜਿਹੇ ਇਸ ਦੇ ਬਾਰੇ ਜੋ ਖਾਸ ਚੀਜ਼ਾਂ ਨੇ ਮੈਂ ਉਹ ਦੱਸਣੀਆਂ ਚਾਹਾਂਗਾ। ਤਾਂ ਉਸ ਦੇ ਲਈ ਮੈਂ ਇੱਕ ਮਾਈਂਡ ਮੈਪ ਡਰਾ ਕੀਤਾ ਹੈ। ਤਾਂ ਬੱਚਿਓ, ਜਿਵੇਂ ਕਿ ਤੁਹਾਡੇ ਸਾਹਮਣੇ ਇਸ ਪੋਇਮ ਦਾ ਇੱਕ ਮੈਂ ਮਾਈਂਡ ਮੈਪ ਡਰਾ ਕੀਤਾ ਹੈ, ਉਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਜਿਹੜੀ ਪੋਇਮ ਹੈ ਦਾ ਐਕੋਇੰਗ ਗ੍ਰੀਨ, ਇਸ ਦੇ ਵਿੱਚ ਤੁਹਾਨੂੰ ਮੇਨ 4 ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਸਭ ਤੋਂ ਪਹਿਲਾਂ ਕਿ ਇਹ ਇੱਕ ਰੋਮਾਂਟਿਕ ਪੋਇਮ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਵਿਲੀਅਮ ਬਲੇਕ ਇੱਕ ਰੋਮਾਂਟਿਕ ਪੋਇਟ ਨੇ। ਤਾਂ ਹੁਣ ਤੁਸੀਂ ਇਸ ਨੂੰ ਰੋਮਾਂਟਿਕ ਵਰਡ ਨੂੰ ਤੁਸੀਂ ਉਹੀ ਫਿਲਮੀ ਵਰਜ਼ਨ ਦੇ ਹਿਸਾਬ ਨਾਲ ਨਾ ਲਈਓ। ਰੋਮਾਂਟਿਕ ਦਾ ਮਤਲਬ ਹੁੰਦਾ ਹੈ ਕਿ ਜਦੋਂ ਕੋਈ ਕਵੀ ਇਮੈਜੀਨੇਸ਼ਨ ਕਰਦਾ ਹੈ। ਇਮੈਜੀਨੇਸ਼ਨ ਦਾ ਮਤਲਬ ਉਹ ਕਿਸੇ ਆਪਣੀ ਸੋਚ ਦੇ ਵਿੱਚ ਕੁਝ ਐਸੀਆਂ ਚੀਜ਼ਾਂ ਦੀ ਗੱਲ ਕਰਦਾ ਹੈ ਜੋ ਕਿ ਦੁਨੀਆ ਦੀਆਂ ਦੁਨਿਆਵੀ ਗੱਲਾਂ ਤੋਂ ਥੋੜ੍ਹੀਆਂ ਦੂਰ ਹੁੰਦੀਆਂ ਨੇ, ਨੇਚਰ ਵੱਲ ਜਾਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਵਿਲੀਅਮ ਵਰਡਸਵਰਥ ਨੇ, ਉਹ ਜਦੋਂ ਵੀ ਕੋਈ ਪੋਇਮ ਲਿਖਦੇ ਸੀ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਕਲਾਊਡ ਦੀ ਗੱਲ ਹੁੰਦੀ ਸੀ, ਜਾਂ ਰਿਵਰ ਦੀ ਗੱਲ ਹੁੰਦੀ ਸੀ, ਜਾਂ ਕਿਸੇ ਹਿਲ ਦੀ ਗੱਲ ਹੁੰਦੀ ਸੀ। ਤਾਂ ਇਸੇ ਤਰ੍ਹਾਂ ਵਿਲੀਅਮ ਬਲੇਕ ਨੇ ਇਸ ਪੋਇਮ ਦੇ ਵਿੱਚ ਨੇਚਰ ਦੀ ਗੱਲ ਕੀਤੀ ਹੈ। ਤਾਂ ਇਹ ਇੱਕ ਰੋਮਾਂਟਿਕ ਪੋਇਟ ਹੈ। ਉਹਨਾਂ ਨੇ ਆਪਣੀ ਇਮੈਜੀਨੇਸ਼ਨ ਦੇ ਵਿੱਚ ਨੇਚਰ ਨੂੰ ਧਿਆਨ 'ਚ ਰੱਖਿਆ ਤੇ ਉਸ ਦੇ ਬਾਰੇ ਪੋਇਮ ਲਿਖੀ। ਦੂਸਰਾ ਹੈ ਕਿ ਇਹ ਜਿਹੜੀ ਪੋਇਮ ਹੈ, ਇਸ ਦੀ ਜੋ ਚੋਇਸ ਆਫ ਵਰਡਸ ਨੇ ਉਹ ਬੜੇ ਸਿੰਪਲ ਨੇ। ਡਿਕਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਜਿਹੜੇ ਵਰਡ ਚੂਜ਼ ਕਰਦੇ ਹਾਂ ਲਿਖਦੇ ਹੋਏ ਪੋਇਮ ਦੇ ਵਿੱਚ, ਉਹਨੂੰ ਆਪਾਂ ਡਿਕਸ਼ਨ ਕਹਿੰਦੇ ਹਾਂ, ਚੋਇਸ ਆਫ ਵਰਡਸ। ਤਾਂ ਇਹਦੇ ਜਿਹੜੇ ਵਰਡਸ ਲਿਖੇ ਗਏ ਨੇ ਬਹੁਤ ਹੀ ਸਿੰਪਲ ਨੇ। ਜੇ ਬੱਚਿਓ ਤੁਸੀਂ ਇਸ ਪੋਇਮ ਨੂੰ ਸਿੰਪਲ ਪੜ੍ਹੋ ਤਾਂ ਤੁਹਾਨੂੰ ਮੋਰ ਦੈਨ 90% ਪੋਇਮ ਪਹਿਲੀ ਵਾਰੀ 'ਚ ਹੀ ਸਮਝ ਆ ਜਾਏਗੀ। ਇੰਨੀ ਜ਼ਿਆਦਾ ਸਿੰਪਲ ਪੋਇਮ ਹੈ, ਇਸ ਕਰਕੇ ਇਸ ਦਾ ਡਿਕਸ਼ਨ ਬਹੁਤ ਹੀ ਸਿੰਪਲ ਹੈ। ਤੀਸਰਾ ਫੀਚਰ ਹੈ ਕਿ ਇਹ ਪੋਇਮ ਦੇ ਵਿੱਚ ਤੁਹਾਨੂੰ ਸਿੰਬੋਲਿਜ਼ਮ ਬਹੁਤ ਮਤਲਬ ਦੇਖਣ ਨੂੰ ਮਿਲਦੇ ਨੇ, ਸਿੰਬਲਸ ਬਹੁਤ ਜ਼ਿਆਦਾ ਮਿਲਦੇ ਨੇ। ਹੁਣ ਜਿਵੇਂ ਇਸ ਦੇ ਵਿੱਚ ਉਸਨੇ ਗ੍ਰੀਨ ਦੀ ਗੱਲ ਕੀਤੀ ਹੈ ਜਾਂ ਓਕ ਦੀ ਗੱਲ ਕੀਤੀ ਹੈ, ਤਾਂ ਤੁਸੀਂ ਦੇਖਦੇ ਹੋ ਕਿ ਸਾਰੇ ਜਿਹੜੇ ਵਰਡਸ ਨੇ ਇਹ ਸਿੰਬਲਸ ਨੂੰ ਕਿਸੇ ਨਾ ਕਿਸੇ ਸਿੰਬਲ ਨੂੰ ਦੱਸਦੇ ਨੇ। ਉਹ ਕਿਵੇਂ ਦੱਸਦੇ ਨੇ, ਜਿਵੇਂ ਆਪਾਂ ਪੋਇਮ ਪੜ੍ਹਾਂਗੇ ਤਾਂ ਤੁਹਾਨੂੰ ਪਤਾ ਲੱਗੇਗਾ। ਤੇ ਫੋਰਥ ਇਸ ਦੇ ਵਿੱਚ ਡਿਊਲ ਥੀਮ ਹੈ। ਮੈਂ ਤੁਹਾਨੂੰ ਪੋਇਮ ਦੇ ਸ਼ੁਰੂ ਵਿੱਚ ਹੀ ਦੱਸਿਆ ਸੀ ਕਿ ਡਿਊਲ ਥੀਮ ਇਹਦੇ ਵਿੱਚ ਕਿਵੇਂ ਹੈ ਕਿ ਪੋਇਟ ਨੇ 2 ਗੱਲਾਂ ਦਾ ਜ਼ਿਕਰ ਕੀਤਾ। ਦੇਖੋ, ਇੱਕ ਤਾਂ ਉਸਨੇ ਇੱਕ ਪੂਰੇ ਦਿਨ ਦਾ ਜ਼ਿਕਰ ਕੀਤਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ, ਲੇਕਿਨ ਉਸ ਦੇ ਨਾਲ ਨਾਲ ਉਸਨੇ ਜੋ ਸਾਡੀ ਲਾਈਫ ਦਾ ਸਾਈਕਲ ਹੈ ਉਸ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਥੀਮ ਆਫ ਨੇਚਰ ਤਾਂ ਹੈ ਹੀ ਹੈ, ਨਾਲ ਹੀ ਥੀਮ ਆਫ ਲਾਈਫ ਸਾਈਕਲ ਵੀ ਹੈ। ਇਹ ਜਿਵੇਂ ਆਪਾਂ ਪੋਇਮ ਪੜ੍ਹਾਂਗੇ ਸਾਨੂੰ ਇਹ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ। ਹਾਂਜੀ ਬੱਚੇ, ਹੁਣ ਅਸੀਂ ਪੋਇਮ ਦੇ ਟੈਕਸਟ ਵੱਲ ਆਉਂਦੇ ਹਾਂ। ਪੋਇਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਪੋਇਮ ਦੇ ਥੋੜ੍ਹੇ ਜਿਹੇ ਸਟਰਕਚਰ ਬਾਰੇ ਵੀ ਜਾਣ ਲਈਏ। ਤਾਂ ਇਹ ਪੋਇਮ ਦੇ ਵਿੱਚ ਕੁੱਲ ਤੁਹਾਨੂੰ 3 ਸਟੈਂਜ਼ਾਸ ਮਿਲਦੇ ਹੈ। ਇਹ ਤੁਹਾਡਾ ਪਹਿਲਾ ਸਟੈਂਜ਼ਾ ਹੈ, ਇਸ ਤੋਂ ਬਾਅਦ ਇਹ ਦੂਸਰਾ ਸਟੈਂਜ਼ਾ ਚੱਲ ਰਿਹਾ ਹੈ, ਤੇ ਫਿਰ ਤੀਸਰਾ ਵੀ ਆਉਂਦਾ ਹੈ। ਹਰ ਇੱਕ ਸਟੈਂਜ਼ੇ ਦੇ ਵਿੱਚ ਤੁਹਾਨੂੰ 10 ਲਾਈਨਸ ਮਿਲਦੀਆਂ ਨੇ। ਤਾਂ ਇਹਨਾਂ 10 ਲਾਈਨਸ ਦੀ ਖਾਸੀਅਤ ਇਹ ਹੈ ਕਿ ਇਹਨਾਂ ਦੇ ਵਿੱਚ ਹਰ ਇੱਕ ਸਟੈਂਜ਼ੇ ਦੇ ਵਿੱਚ 5 ਰਾਈਮਿੰਗ ਕਪਲੇਟਸ ਨੇ।
ਰਾਈਮਿੰਗ ਕਪਲੇਟ ਮਤਲਬ ਕਿ ਰਾਈਮ ਕਰਨ ਵਾਲਾ ਜੋੜਾ, ਉਹ ਆਪਾਂ ਦੇਖ ਲੈਂਦੇ ਹਾਂ। ਦੇਖੋ ਅਰਾਈਜ਼, ਸਕਾਈਜ਼, ਇਹ ਸਾਡਾ ਇੱਕ ਜੋੜਾ ਹੋ ਗਿਆ। ਫਿਰ ਇਸੇ ਤਰ੍ਹਾਂ ਰਿੰਗ, ਸਪਰਿੰਗ, ਇਹ ਸਾਡਾ ਰਾਈਮਿੰਗ ਕਪਲੇਟ ਹੋ ਗਿਆ। ਥਰਸ਼, ਬਸ਼, ਇਹ ਸਾਡਾ ਤੀਸਰਾ ਹੋ ਗਿਆ। ਅਰਾਊਂਡ, ਸਾਊਂਡ, ਇਹ ਫੋਰਥ ਹੋ ਗਿਆ। ਸੀਨ, ਗ੍ਰੀਨ, ਇਹ ਪੰਜਵਾਂ ਹੋ ਗਿਆ। ਇਸੇ ਤਰ੍ਹਾਂ ਤੁਹਾਨੂੰ ਹਰ ਇੱਕ ਜਿਹੜੇ ਸਟੈਂਜ਼ਾ ਹੈ ਉਸ ਦੇ ਵਿੱਚ ਤੁਹਾਨੂੰ 5 ਰਾਈਮਿੰਗ ਕਪਲੇਟਸ ਮਿਲਦੇ ਨੇ। ਜਿਹੜੀ ਚੀਜ਼ ਇੱਕ ਹੋਰ ਦੇਖਣ ਵਾਲੀ ਹੈ ਕਿ ਹਰ ਇੱਕ ਸਟੈਂਜ਼ੇ ਦਾ ਜਿਹੜਾ ਲਾਸਟ ਰਾਈਮਿੰਗ ਕਪਲੇਟ ਹੈ ਉਹ ਸੇਮ ਹੈ ਤਿੰਨੇ ਸਟੈਂਜ਼ਿਆਂ 'ਚ। ਦੇਖੋ ਸੀਨ, ਗ੍ਰੀਨ, ਇਹ ਸਾਡਾ ਰਾਈਮਿੰਗ ਕਪਲੇਟ ਪਹਿਲੇ ਸਟੈਂਜ਼ੇ ਦਾ ਲਾਸਟ ਰਾਈਮਿੰਗ ਕਪਲੇਟ ਹੈ। ਤੇ ਇਸੇ ਤਰ੍ਹਾਂ ਜੇ ਅਸੀਂ ਦੂਸਰੇ ਸਟੈਂਜ਼ੇ ਦੇ ਵੱਲ ਜਾਈਏ, ਉਸ ਦੇ ਐਂਡ 'ਚ ਜਾਈਏ, ਤਾਂ ਤੁਹਾਨੂੰ ਫੇਰ ਉਹੀ ਰਾਈਮਿੰਗ ਕਪਲੇਟ ਸੀਨ, ਗ੍ਰੀਨ ਮਿਲਦਾ ਹੈ। ਤੇ ਜੇ ਇਸ ਦੇ ਤੀਸਰੇ ਸਟੈਂਜ਼ੇ ਤੇ ਜਾਈਏ ਤਾਂ ਉਸ ਦਾ ਵੀ ਲਾਸਟ ਰਾਈਮਿੰਗ ਕਪਲੇਟ ਸੇਮ ਹੈ, ਸੀਨ, ਗ੍ਰੀਨ। ਤਾਂ ਇਹ ਥੋੜੀ ਜਿਹੀ ਦੇਖਣ ਵਾਲੀ ਚੀਜ਼ ਹੈ ਪੋਇਮ ਦੇ ਵਿੱਚ। ਇੱਕ ਹੋਰ ਚੀਜ਼ ਕਿ ਜਿਹੜੀ ਹਰ ਇੱਕ ਸਟੈਂਜ਼ੇ ਦੀ ਲਾਸਟ ਲਾਈਨ ਹੈ ਉਹ ਇੱਕ ਤਰ੍ਹਾਂ ਦੀ ਰੈਪੀਟੇਟਿਵ ਲਾਈਨ ਹੈ। ਜਿਵੇਂ ਕਿ ਪਹਿਲੇ ਸਟੈਂਜ਼ੇ ਦੀ ਲਾਸਟ ਲਾਈਨ ਹੈ ਔਨ ਦਾ ਐਕੋਇੰਗ ਗ੍ਰੀਨ, ਇਸੇ ਤਰ੍ਹਾਂ ਫਿਰ ਸੈਕਿੰਡ ਸਟੈਂਜ਼ੇ ਦੀ ਲਾਸਟ ਲਾਈਨ ਹੈ ਔਨ ਦਾ ਐਕੋਇੰਗ ਗ੍ਰੀਨ, ਤੇ ਥੋੜਾ ਲਾਸਟ ਸਟੈਂਜ਼ਾ ਜਿਹੜਾ ਹੈ ਉਸ ਦਾ ਥੋੜਾ ਚੇਂਜ ਹੋ ਜਾਂਦਾ ਹੈ ਔਨ ਦਾ ਡਾਰਕਰਿੰਗ ਗ੍ਰੀਨ। ਤਾਂ ਕਹਿਣ ਦਾ ਮਤਲਬ ਇਹ ਹੋਇਆ ਬੱਚਿਓ, ਜੋ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਇੱਕ ਪੋਇਮ ਤਾਂ ਹੈ ਹੀ, ਨਾਲੇ ਸੌਂਗ ਵੀ ਹੈ। ਤੁਸੀਂ ਇਸ ਦੇ ਕਿੰਨੀ ਵਰਜ਼ਨਸ ਜੇ ਦੇਖਣੇ ਚਾਹੋ YouTube ਤੇ ਪਏ ਨੇ, ਲੋਕਾਂ ਨੇ ਆਪਣੇ ਹਿਸਾਬ ਦੇ ਨਾਲ ਇਸ ਨੂੰ ਗਾਇਆ, ਹਰ ਇੱਕ ਟਿਊਨ 'ਚ ਗਾਇਆ, ਤਾਂ ਇਸ ਨੂੰ ਗਾਣਾ ਬੜਾ ਸੌਖਾ ਹੈ। ਪੋਇਮ ਦਾ ਪਹਿਲਾ ਸਟੈਂਜ਼ਾ ਪੜ੍ਹਦੇ ਹਾਂ ਜੀ। The sun does arise and make happy the skies। ਦੇਖੋ ਬੱਚਿਓ, ਓਪਨਿੰਗ ਲਾਈਨਸ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਜਿਹੜੀ ਪੋਇਮ ਹੈ ਇਹ ਨੇਚਰ ਦੇ ਨਾਲ ਜੁੜੀ ਹੋਈ ਪੋਇਮ ਹੈ। ਨੇਚਰ ਦੀਆਂ ਦੋ ਗੱਲਾਂ ਦਾ ਜ਼ਿਕਰ ਆ ਗਿਆ, ਸਨ ਆ ਗਿਆ ਤੇ ਸਕਾਈ ਆ ਗਿਆ। ਪਹਿਲੀਆਂ ਦੋ ਲਾਈਨਾਂ ਤੋਂ ਕਲੀਅਰ ਹੈ ਕਿ ਜਦੋਂ ਸਨ ਚੜ੍ਹਦਾ ਹੈ ਸਵੇਰ ਵੇਲੇ, ਮਾਰਨਿੰਗ ਵੇਲੇ, ਤਾਂ ਉਸ ਸਮੇਂ ਜਿਹੜਾ ਆਸਮਾਨ ਹੈ ਉਹ ਬਹੁਤ ਹੀ ਸਾਨੂੰ ਖੁਸ਼ੀ ਭਰਿਆ ਨਜ਼ਰ ਆਉਂਦਾ ਹੈ। ਤਾਂ ਦੇਖੋ ਪਹਿਲੀ ਲਾਈਨ ਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਪੋਇਮ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ। ਮੈਂ ਤੁਹਾਨੂੰ ਆਪਣੇ ਪਿਛਲੇ ਲੈਸਨਸ ਦੇ ਵਿੱਚ ਬੜੀ ਡਿਟੇਲ ਸਮਝਾਇਆ ਕਿ ਪਰਸੋਨੀਫਿਕੇਸ਼ਨ ਕੀ ਹੁੰਦੀ ਹੈ। ਕਿ ਜਦੋਂ ਕਿਸੇ ਅਣਮਨੁੱਖੀ ਚੀਜ਼ ਦੇ ਲਈ ਅਸੀਂ ਮਨੁੱਖੀ ਫੀਲਿੰਗ ਵਰਤਦੇ ਹਾਂ, ਉਹਨੂੰ ਅਸੀਂ ਪਰਸੋਨੀਫਿਕੇਸ਼ਨ ਕਹਿੰਦੇ ਹਾਂ। ਤਾਂ ਹੁਣ ਦੇਖੋ ਇੱਥੇ ਕੌਣ ਖੁਸ਼ ਹੁੰਦਾ ਹੈ? ਇੱਥੇ ਸਕਾਈ ਖੁਸ਼ ਹੋ ਰਿਹਾ ਹੈ। ਸਨ ਸਕਾਈ ਨੂੰ ਖੁਸ਼ ਕਰ ਰਿਹਾ ਹੈ। ਆਮ ਤੌਰ ਤੇ ਖੁਸ਼ ਕੌਣ ਹੁੰਦਾ ਹੈ? ਇਨਸਾਨ ਹੁੰਦਾ ਹੈ ਨਾ। ਇਨਸਾਨ ਹੀ ਖੁਸ਼ ਹੁੰਦਾ ਹੈ। ਮਤਲਬ ਇਹ ਜਿਹੜੀ ਫੀਲਿੰਗ ਹੈ ਇਨਸਾਨ ਦੀ ਫੀਲਿੰਗ ਹੈ ਜ਼ਿਆਦਾ ਤੌਰ ਤੇ। ਤਾਂ ਇੱਥੇ ਇੱਕ ਅਣਮਨੁੱਖੀ ਚੀਜ਼ ਦੇ ਲਈ ਫੀਲਿੰਗ ਯੂਜ਼ ਕੀਤੀ ਗਈ ਹੈ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪਹਿਲੀ ਦੂਸਰੀ ਲਾਈਨ ਦੇ ਵਿੱਚ ਕਵੀ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ। ਹੁਣ ਉਸ ਦੇ ਨਾਲ ਕੀ ਹੁੰਦਾ ਹੈ? ਸਵੇਰ ਵੇਲੇ ਦਾ ਮੈਰੀ ਬੈਲਜ਼ ਰਿੰਗ ਟੂ ਵੈਲਕਮ ਦਾ ਸਪਰਿੰਗ। ਮੈਰੀ ਬੈਲਜ਼ ਚਰਚ ਦੀਆਂ ਬੈਲਜ਼ ਨੂੰ ਕਿਹਾ ਗਿਆ ਜੀ। ਤੇ ਚਰਚ ਦੀਆਂ ਬੈਲਜ਼ ਵੱਜਦੀਆਂ ਨੇ ਕਿਉਂ? ਕਿਉਂਕਿ ਸਪਰਿੰਗ ਸਾਡਾ ਸੀਜ਼ਨ ਹੈ ਜੀ, ਬਸੰਤ ਦਾ, ਬਸੰਤ ਦੀ ਰੁੱਤ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਦਾ ਵੈਲਕਮ ਕਰਨ ਦੇ ਲਈ ਇਹ ਮੈਰੀ ਬੈਲਜ਼ ਵੱਜਦੀਆਂ ਨੇ, ਘੰਟੀਆਂ ਵੱਜਦੀਆਂ ਨੇ। ਹੁਣ ਉਹ ਘੰਟੀਆਂ ਦੇ ਨਾਲ ਹੋਰ ਕੀ ਹੁੰਦਾ ਹੈ? ਫਿਰ ਦੇਖੋ ਨੇਚਰ ਦੀ ਗੱਲ ਆਉਂਦੀ ਹੈ। ਸਕਾਈਲਾਰਕ ਐਂਡ ਥਰਸ਼ ਦਾ ਬਰਡਸ ਆਫ ਦਾ ਬੁਸ਼। ਤਾਂ ਦੋ ਸੌਂਗ ਬਰਡਸ ਨੇ ਜੀ ਇਹ, ਸਕਾਈਲਾਰਕ ਤੇ ਥਰਸ਼ ਜਿਹੜੇ ਨੇ ਇਹ ਸੌਂਗ ਬਰਡਸ ਨੇ। ਇਹ ਚਿੜੀਆਂ ਵਰਗੇ ਹੈਗੇ ਆ ਬਰਡ। ਜੇ ਤੁਸੀਂ ਇਹਨਾਂ ਨੂੰ ਇਹਨਾਂ ਦੀਆਂ ਪਿਕਸ ਦੇਖੋ ਤਾਂ ਚਿੜੀਆਂ ਦੀ ਤਰ੍ਹਾਂ ਸਾਨੂੰ ਨਜ਼ਰ ਆਉਂਦੇ ਨੇ ਇਹ ਦੋਨੇ ਬਰਡਸ, ਸਕਾਈਲਾਰਕ ਐਂਡ ਥਰਸ਼, ਝਾੜੀਆਂ ਦੇ ਬਰਡਸ ਨੇ। ਇਹ ਕੀ ਕਰਦੇ ਨੇ ਜੀ? ਇਹ ਗਾਣਾ ਗਾਉਂਦੇ ਨੇ ਕਿਉਂਕਿ ਮਾਰਨਿੰਗ ਦਾ ਟਾਈਮ ਹੈ। ਤਾਂ ਉਹ ਨਾਲ ਨਾਲ ਜਦੋਂ ਬੈਲਾਂ ਵੱਜਦੀਆਂ ਨੇ ਤਾਂ ਉਹਦੇ ਨਾਲ ਗਾਣਾ ਗਾਉਂਦੇ ਨੇ। ਕਿਵੇਂ ਗਾਉਂਦੇ ਨੇ? ਸਿੰਗ ਲਾਊਡਰ ਅਰਾਊਂਡ, ਕਾਫੀ ਉੱਚੀ ਗਾਣਾ ਗਾਉਂਦੇ ਨੇ ਆਲੇ ਦੁਆਲੇ। ਪੂਰਾ ਉਹਨਾਂ ਦੀ ਆਵਾਜ਼ ਨਾਲ ਜਿਹੜਾ ਹੈ ਮਤਲਬ ਜਿਹੜਾ ਪੂਰਾ ਵਾਤਾਵਰਨ ਹੈ ਉਹ ਗੂੰਜ ਉੱਠਦਾ ਹੈ। ਕਿਹਦੇ ਨਾਲ ਗਾਣਾ ਗਾਉਂਦੇ ਨੇ? ਟੂ ਦਾ ਬੈਲਜ਼ ਚੀਅਰਫੁਲ ਸਾਊਂਡ, ਕਿਉਂਕਿ ਬੈਲਜ਼ ਵੱਜ ਰਹੀਆਂ ਨੇ, ਮੈਰੀ ਬੈਲਜ਼, ਚਰਚ ਦੀਆਂ ਬੈਲਜ਼ ਵੱਜ ਰਹੀਆਂ ਨੇ, ਬੜੀ ਖੁਸ਼ੀ ਭਰੀਆਂ, ਚੀਅਰਫੁਲ ਸਾਊਂਡ, ਉਹਦੇ ਨਾਲ ਨਾਲ ਉਹ ਗਾਣਾ ਗਾਉਂਦੇ ਨੇ। ਕਿਉਂਕਿ ਘੰਟੀਆਂ ਵੱਜਣ ਲੱਗ ਗਈਆਂ, ਉਹਨਾਂ ਨੂੰ ਮਿਊਜ਼ਿਕ ਸੁਣਿਆ, ਤਾਂ ਮਿਊਜ਼ਿਕ ਦੇ ਨਾਲ ਉਹ ਆਪਣਾ ਮਿਊਜ਼ਿਕ ਦੇਣ ਲੱਗ ਗਏ। While our sports shall be seen on the echoing green। ਤਾਂ ਹੁਣ ਮਾਰਨਿੰਗ ਹੋ ਗਈ ਜੀ, ਬੈਲਾਂ ਵੱਜ ਗਈਆਂ, ਪੰਛੀ ਗਾ ਰਹੇ ਨੇ, ਉਹਨਾਂ ਨੂੰ ਦੇਖ ਕੇ ਹੁਣ ਅਸੀਂ ਇਹ ਮਹਿਸੂਸ ਕਰ ਸਕਦੇ ਹਾਂ, ਅਸੀਂ ਸੋਚ ਸਕਦੇ ਹਾਂ ਕਿ ਸਾਡੀਆਂ ਖੇਡਾਂ, ਅਸੀਂ ਜਿਹੜੀ ਇਹ ਐਕੋਇੰਗ ਗ੍ਰੀਨ ਹੈ, ਜੋ ਸਾਨੂੰ ਇੱਕ ਘਾਹ ਦਾ ਮੈਦਾਨ, ਬੜਾ ਹਰਿਆ ਭਰਿਆ ਮੈਦਾਨ ਸਾਨੂੰ ਨਜ਼ਰ ਆ ਰਿਹਾ ਹੈ, ਉਸ ਦੇ ਵਿੱਚ ਹੁਣ ਖੇਡਾਂ ਖੇਡੀਆਂ ਜਾਣਗੀਆਂ। ਕੌਣ ਖੇਡੇਗਾ? ਨੈਚੁਰਲੀ ਚਿਲਡਰਨ ਖੇਡਣਗੇ, ਬੱਚੇ ਖੇਡਣਗੇ। ਤਾਂ ਜਦੋਂ ਬੱਚੇ ਖੇਡਣਗੇ ਤਾਂ ਫਿਰ ਐਕੋ ਵੀ ਹੋਏਗੀ, ਉਹਨਾਂ ਦੀ ਗੂੰਜ ਵੀ ਆਏਗੀ, ਉਹਨਾਂ ਦੀ ਕਿਲਕਾਰੀਆਂ ਵੀ ਸੁਣਨਗੀਆਂ, ਉਹਨਾਂ ਦੀ ਸ਼ਾਊਟਿੰਗ ਵੀ ਸੁਣੇਗੀ। ਤਾਂ ਬੱਚਿਓ ਪਹਿਲੇ
ਸਟੈਂਜ਼ੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਮਾਈਂਡ ਮੈਪ 'ਚ ਦੱਸਿਆ ਸੀ ਕਿ ਕਵੀ ਨੇ ਨਾ ਇਸ ਦੀ ਪੂਰੀ ਸੈਟਿੰਗ ਰੋਮਾਂਟਿਕ ਟਾਈਪ ਦੇ ਨਾਲ ਕੀਤੀ ਹੈ, ਰੋਮਾਂਟਿਕ ਪੋਇਮ ਹੈ। ਜੇ ਤੁਸੀਂ ਦੇਖੋ ਇਸ ਸੈਟਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੈਸਟੋਰਲ ਲਾਈਫ ਦਾ ਜ਼ਿਕਰ ਹੈ। ਤਾਂ ਪੈਸਟੋਰਲ ਲਾਈਫ ਕੀ ਹੁੰਦੀ ਹੈ? ਇੱਕ ਪਿੰਡਾਂ ਦੀ ਲਾਈਫ, ਠੀਕ ਹੈ, ਜਿਵੇਂ ਪਿੰਡ ਹੁੰਦੇ ਆ ਉਹਦੇ ਵਿੱਚ ਬੜੇ ਹੀ ਸਿੰਪਲ ਜੀਆਂ ਗੱਲਾਂ ਹੁੰਦੀਆਂ, ਆਮ ਜੇ ਕੰਮ ਹੁੰਦੇ ਨੇ। ਤਾਂ ਇਹ ਪੂਰੀ ਪੈਰੇ ਦੇ ਵਿੱਚ ਸਾਨੂੰ ਪੈਸਟੋਰਲ ਲਾਈਫ ਜਾਂ ਰੋਮਾਂਟਿਕ ਸਾਨੂੰ ਟੱਚ ਦੇਖਣ ਨੂੰ ਮਿਲਦਾ ਹੈ। ਦੂਸਰੀ ਗੱਲ, ਸਾਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਪੋਇਮ ਦੇ ਵਿੱਚ ਸਿੰਬਲਸ ਬਹੁਤ ਹੈ। ਤਾਂ ਸਿੰਬਲ ਦੇਖੋ ਕਿੱਥੇ ਯੂਜ਼ ਹੋਏ ਹੈ, ਐਕੋਇੰਗ। ਨਾਓ ਐਕੋਇੰਗ ਦਾ ਮਤਲਬ ਇੱਥੇ ਕੀ ਕਹੋਗੇ? ਇੱਥੇ ਚਾਈਲਡਹੁੱਡ ਨੂੰ ਕਹੋਗੇ, ਕਿਉਂਕਿ ਇੱਥੇ ਐਕੋਇੰਗ ਗੂੰਜ ਕਿਹਨੂੰ ਕਿਹਾ ਗਿਆ ਕਿ ਉਹ ਬੱਚਿਆਂ ਦੀ ਗੂੰਜ ਹੈ। ਉਹ ਬੱਚੇ ਜਿਹੜੇ ਕਿਲਕਾਰੀਆਂ ਮਾਰਦੇ ਨੇ, ਉੱਚੀ ਉੱਚੀ ਖੇਡਦੇ ਨੇ, ਉੱਚੀ ਉੱਚੀ ਆਵਾਜ਼ ਦੇ ਨਾਲ ਖੇਡਦੇ ਨੇ, ਤਾਂ ਉਹ ਉਹਨਾਂ ਦੀ ਐਕੋ ਨੂੰ ਕਿਹਾ ਗਿਆ ਹੈ। ਤਾਂ ਇੱਥੇ ਐਕੋਇੰਗ ਇੱਕ ਸਿੰਬਲ ਦੇ ਤੌਰ ਤੇ ਯੂਜ਼ ਹੈ। ਸੇਮ ਇਸੇ ਤਰ੍ਹਾਂ ਗ੍ਰੀਨ ਸ਼ਬਦ ਸਿੰਬਲ ਦੇ ਤੌਰ ਤੇ ਯੂਜ਼ ਹੋਇਆ ਹੈ। ਗ੍ਰੀਨ ਦਾ ਮਤਲਬ ਹੀ ਚਾਈਲਡਹੁੱਡ ਹੈ ਜੀ। ਗ੍ਰੀਨ ਬੱਚਾ ਜਦੋਂ ਬਚਪਨ 'ਚ ਹੁੰਦਾ ਹੈ ਤਾਂ ਉਹ ਬੜਾ ਹੀ ਖੁਸ਼ੀਆਂ ਨਾਲ, ਹਾਸੇ ਠੇਠਿਆਂ ਨਾਲ ਖੇਡਦਾ ਹੈ, ਉਹਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ। ਇਸੇ ਤਰ੍ਹਾਂ ਇੱਕ ਹੋਰ ਵਰਡ ਜੇ ਆਪਾਂ ਦੇਖੀਏ ਇਹਦੇ ਵਿੱਚ ਸਪੋਰਟਸ ਆਇਆ ਹੈ। ਸਪੋਰਟਸ ਦਾ ਵੀ ਇੱਕ ਸਿੰਬਲ ਹੈ ਕਿ ਬੱਚਿਆਂ ਨੂੰ ਜਦੋਂ ਕੋਈ ਚਿੰਤਾ ਹੀ ਨਹੀਂ ਹੁੰਦੀ, ਉਹ ਖੇਡਾਂ ਖੇਡਦੇ ਆ, ਮਜ਼ਾਕ, ਫਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਿੰਬਲਸ ਨੂੰ ਰਿਪਰੈਜ਼ੈਂਟ ਕਰਦੀਆਂ ਨੇ। ਇੱਕ ਹੋਰ ਚੀਜ਼ ਅਸੀਂ ਦੇਖਦੇ ਹਾਂ, ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂਆਤ ਦੇ ਵਿੱਚ ਕਿ ਇਹਦੇ ਵਿੱਚ ਜਿਹੜੀ ਰਾਈਮਿੰਗ ਕਪਲੇਟਸ ਯੂਜ਼ ਹੋਏ ਹੈ। ਤਾਂ ਇਹਦੇ ਵਿੱਚ ਅਸੀਂ ਦੇਖੀਏ ਤਾਂ ਇਹਦੀ ਜਿਹੜੀ ਰਾਈਮਿੰਗ ਸਕੀਮ ਹੈ ਉਹ ਏ ਬੀ ਸੀ ਡੀ ਤੇ ਈ ਹੈ। ਇਹ ਕਿਸ ਤਰ੍ਹਾਂ ਹੈ? ਜਿਵੇਂ ਦੇਖੋ, ਰਾਈਜ਼ ਤੇ ਸਕਾਈਜ਼ ਦੀ ਆਪਾਂ ਜੇ ਟੋਨ ਸੇਮ ਰੱਖੀਏ, ਇਹਨਾਂ ਦੀ ਆਪਾਂ ਬੋਲਣ ਦਾ ਜੇ ਆਪਾਂ ਰਾਈਮ ਸੇਮ ਰੱਖੀਏ ਤਾਂ ਆਪਾਂ ਇਹਨੂੰ ਏ ਨਾਮ ਦੇ ਸਕਦੇ ਹਾਂ। ਲੇਕਿਨ ਇੱਥੇ ਥੋੜਾ ਚੇਂਜ ਹੋ ਗਿਆ, ਰਿੰਗ ਐਂਡ ਸਪਰਿੰਗ ਆਪਾਂ ਇਹਨੂੰ ਬੀ ਨਾਮ ਦੇ ਸਕਦੇ ਹਾਂ। ਥਰਸ਼ ਐਂਡ ਬੁਸ਼ ਨੂੰ ਅਸੀਂ ਸੀ ਨਾਮ ਦੇ ਸਕਦੇ ਹਾਂ। ਰਾਉਂਡ ਐਂਡ ਸਾਊਂਡ ਨੂੰ ਅਸੀਂ ਡੀ ਦੇ ਸਕਦੇ ਹਾਂ। ਇਸੇ ਤਰ੍ਹਾਂ ਸੀਨ ਐਂਡ ਗ੍ਰੀਨ ਨੂੰ ਅਸੀਂ ਈ ਦੇ ਸਕਦੇ ਹਾਂ। ਤਾਂ ਇਸ ਤਰ੍ਹਾਂ ਇਹ ਜਿਹੜੀ ਰਾਈਮਿੰਗ ਸਕੀਮ ਹੈ ਇਹ ਪੂਰੇ ਤਿੰਨੇ ਸਟੈਂਜ਼ਾਸ ਦੇ ਵਿੱਚ ਬੇਟਾ ਇਹੀ ਰਹਿੰਦੀ ਹੈ। ਤਾਂ ਪਹਿਲੇ ਸਟੈਂਜ਼ੇ ਦੀ ਰਾਈਮਿੰਗ ਸਕੀਮ ਜਿਹੜੀ ਹੈ ਉਹ ਏ ਵਾਲੀ ਹੈ, ਤੇ ਬਾਕੀ ਜਿਹੜੇ ਹੋਰ ਸਟੈਂਜ਼ਾਸ ਨੇ ਸੈਕਿੰਡ ਤੇ ਥਰਡ, ਉਹਦੀ ਵੀ ਰਾਈਮਿੰਗ ਸਕੀਮ ਸੇਮ ਇਹੀ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਸੈਕਿੰਡ ਸਟੈਂਜ਼ੇ ਵੱਲ ਵਧਦੇ ਹਾਂ। Old John with white hair does laugh away care। ਤਾਂ ਹੁਣ ਜਿਹੜਾ ਇਹ ਸੈਕਿੰਡ ਸਟੈਂਜ਼ਾ ਹੈ, ਇਸ ਦਾ ਵੈਸੇ ਦੱਸਿਆ ਤਾਂ ਨਹੀਂ ਹੋਇਆ, ਲੇਕਿਨ ਇਹ ਆਪਾਂ ਪੋਸੀਬਿਲਿਟੀ ਆਪਾਂ ਲਾ ਸਕਦੇ ਹਾਂ ਕਿ ਜਿਵੇਂ ਪਹਿਲਾ ਸਟੈਂਜ਼ਾ ਮਾਰਨਿੰਗ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹ ਜਿਹੜਾ ਸੈਕਿੰਡ ਸਟੈਂਜ਼ਾ ਹੈ ਆਫਟਰਨੂਨ ਨੂੰ ਰਿਪਰੈਜ਼ੈਂਟ ਕਰਦਾ ਹੈ। ਕਿਉਂਕਿ ਧੁੱਪ ਹੋਈ ਵੀ ਹੈ ਤਾਂ ਧੁੱਪ ਦੀ ਛਾਂ ਦੇ ਵਿੱਚ, ਜਿਵੇਂ ਸਾਡੇ ਪਿੰਡਾਂ ਦੇ ਵਿੱਚ ਵੀ ਜਿਵੇਂ ਬਜ਼ੁਰਗ ਹੁੰਦੇ ਨੇ ਲੋਕ, ਉਹ ਦੁਪਹਿਰ ਵੇਲੇ ਬੋਰਡ ਦੇ ਥੱਲੇ ਜਾਂ ਬਲੂਤ ਦੇ ਦਰਖਤ ਦੇ ਥੱਲੇ ਬੈਠ ਕੇ ਗੱਪਾਂ ਮਾਰਦੇ ਨੇ। ਤਾਂ ਬਿਲਕੁਲ ਇਸੇ ਤਰ੍ਹਾਂ ਇੱਕ ਬੁੱਢਾ ਇਨਸਾਨ ਹੈ ਜਿਸ ਦਾ ਨਾਮ ਹੈ ਜੋਨ। ਤਾਂ ਜੋਨ ਇੱਥੇ ਜਿਹੜਾ ਇਕਲੌਤਾ ਕਰੈਕਟਰ ਜਿਸ ਦਾ ਨਾਮ ਇਸ ਪੋਇਮ ਦੇ ਵਿੱਚ ਆਇਆ, ਹਾਲਾਂਕਿ ਬੱਚੇ ਤਾਂ ਸਾਨੂੰ ਪਤਾ ਨਹੀਂ ਕਿ ਬੱਚੇ ਤਾਂ ਹੈ ਹੀ ਨਹੀਂ ਇਸ ਪੋਇਮ 'ਚ, ਲੇਕਿਨ ਜਿਸ ਕਰੈਕਟਰ ਦਾ ਨਾਮ ਆਇਆ ਇਸ ਪੋਇਮ 'ਚ ਉਹ ਜੌਨ ਹੈ। ਤਾਂ ਜੌਨ ਜਿਹੜਾ ਹੈ ਉਹ ਬਜ਼ੁਰਗ ਹੈ, ਕਿਉਂਕਿ ਉਹਦੇ ਵਾਈਟ ਵਾਲ ਨੇ, ਚਿੱਟੇ ਵਾਲ ਹੋ ਗਏ, ਤੇ ਉਹ ਬੱਚਿਆਂ ਨੂੰ ਦੇਖ ਕੇ ਆਪਣੀਆਂ ਚਿੰਤਾਵਾਂ ਭੁੱਲ ਜਾਂਦਾ ਹੈ। ਲਾਫ ਅਵੇ ਕੇਅਰ, ਲਾਫ ਅਵੇ, ਹੱਸ ਪੈਂਦਾ ਹੈ, ਤੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਯਾਦ ਨਹੀਂ ਰਹਿੰਦੀ। ਕਿੱਥੇ ਬੈਠਾ ਜੀ ਉਹ? ਸਿਟਿੰਗ ਅੰਡਰ ਦਾ ਓਕ ਐਮੰਗ ਦਾ ਓਲਡ ਫੋਕ। ਉਹ ਇੱਕ ਦਰਖਤ ਦੇ ਨੀਚੇ ਬੈਠਾ ਹੈ। ਤਾਂ ਦਰਖਤ ਕਿਹੜਾ ਹੈ? ਓਕ ਦਾ ਦਰਖਤ ਹੈ। ਓਕ ਆਪਾਂ ਪੰਜਾਬੀ 'ਚ ਆਪਾਂ ਇਹਨੂੰ ਬਲੂਤ ਦਾ ਦਰਖਤ ਕਹਿੰਦੇ ਹਾਂ। ਤੇ ਇਹ ਬਲੂਤ ਦਾ ਦਰਖਤ ਜਦੋਂ ਪੂਰਾ ਹਰਿਆ ਭਰਿਆ ਹੋ ਜਾਂਦਾ ਹੈ ਤਾਂ ਇਸ ਨੂੰ ਕਾਫੀ ਟਾਈਮ ਲੱਗਦਾ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਥੇ ਜਿਹੜਾ ਓਕ ਟਰੀ ਹੈ ਇਹ ਵੀ ਇੱਕ ਸਿੰਬਲ ਹੈ ਓਲਡ ਏਜ ਦਾ। ਓਲਡ ਏਜ ਦਾ ਸਿੰਬਲ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਪੋਇਮ ਦੇ ਵਿੱਚ ਬੇਟਾ ਸਿੰਬਲਿਜ਼ਮ ਬਹੁਤ ਯੂਜ਼ ਹੋਇਆ, ਤਾਂ ਇਹਦੇ ਵਿੱਚ ਓਕ ਓਲਡ ਏਜ ਦਾ ਸਿੰਬਲ ਹੈ। ਹੁਣ ਉਹ ਓਕ ਦੇ ਦਰਖਤ ਦੇ ਨੀਚੇ ਬੈਠਾ ਹੈ, ਲੇਕਿਨ ਉਹ ਇਕੱਲਾ ਨਹੀਂ ਬੈਠਾ। ਐਮੰਗ ਦਾ ਓਲਡ ਫੋਕ, ਫੋਕ ਦਾ ਮਤਲਬ ਇੱਥੇ ਲੋਕ, ਗਰੁੱਪ ਆਫ ਪੀਪਲ, ਕੁਝ ਹੋਰ ਲੋਕ ਵੀ ਉਹਦੇ ਨਾਲ ਬੈਠੇ ਨੇ। ਜਿਵੇਂ ਤੁਹਾਨੂੰ ਦੱਸਿਆ ਕਿ ਪਿੰਡਾਂ ਦੇ ਵਿੱਚ ਬਜ਼ੁਰਗ ਇਕੱਠੇ ਹੋ ਕੇ ਦੁਪਹਿਰ ਵੇਲੇ ਬੈਠ ਜਾਂਦੇ ਨੇ, ਤਾਸ਼ ਵਗੈਰਾ ਵੀ ਖੇਡਦੇ ਨੇ, ਗੱਲਾਂ ਵਗੈਰਾ ਮਾਰਦੇ ਨੇ। ਤਾਂ ਇਸੇ ਤਰ੍ਹਾਂ ਉਹ ਵੀ ਉੱਥੇ ਕਾਫੀ ਜਣੇ ਬਜ਼ੁਰਗ ਲੋਕ ਬੈਠੇ ਨੇ, ਤੇ ਉਹਨਾਂ ਦੇ ਵਿੱਚ ਇੱਕ ਇਨਸਾਨ ਦਾ ਨਾਮ ਸਾਨੂੰ ਦੱਸਿਆ ਗਿਆ ਜੋਨ। ਤੇ ਹੁਣ ਉਹ ਸਾਰੇ ਦੇ ਲਾਫ ਐਟ ਆਰ ਪਲੇ, ਉਹ ਸਾਨੂੰ ਖੇਡਦੇ ਹੋਏ ਜਦ ਦੇਖਦੇ ਨੇ ਤੇ ਸਾਡੇ ਤੇ ਹੱਸਦੇ ਨੇ। ਮਤਲਬ ਹੱਸਣਾ ਇੱਥੇ ਉਹ ਨੈਗੇਟਿਵ ਸੈਂਸ ਦੇ ਨਾਲ ਨਹੀਂ ਹੱਸ ਰਹੇ, ਉਹ ਪੋਜ਼ਿਟਿਵ ਸੈਂਸ ਦੇ ਨਾਲ ਹੱਸ ਰਹੇ ਨੇ। ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਐਂਡ ਸੂਨ ਦੇ ਆਲ ਸੇ, ਅਤੇ ਫਿਰ ਉਹ ਸਾਰੇ ਜਣੇ ਕਹਿੰਦੇ ਨੇ ਸੱਚ ਸੱਚ ਵਰ ਦਾ ਜੋਇਜ਼ ਵੈਨ ਵੀ ਆਲ ਗਰਲਸ ਐਂਡ ਬॉयਜ਼।
ਇੱਥੇ ਦੇਖੋ ਸੱਚ ਸੱਚ ਰੈਪੀਟੀਟਿਵ ਉਹ ਵਰਡਸ ਹੋ ਗਿਆ, ਤਾਂ ਉਹ ਕਹਿੰਦੇ ਕਿ ਬਿਲਕੁਲ ਇਸੇ ਤਰ੍ਹਾਂ ਦਾ ਸਾਨੂੰ ਹਾਸਾ ਠਿੱਠਾ ਸਾਨੂੰ ਯਾਦ ਆਉਂਦਾ ਹੈ ਜਦੋਂ ਅਸੀਂ ਇਹਨਾਂ ਵਰਗੇ ਸੀ, ਜਦੋਂ ਇਹਨਾਂ ਵਰਗੇ ਅਸੀਂ ਗਰਲਸ ਐਂਡ ਬॉयਜ਼ ਸੀਗੇ, ਜਦੋਂ ਅਸੀਂ ਮੁੰਡੇ ਤੇ ਕੁੜੀਆਂ ਹੁੰਦੇ ਸੀ, ਛੋਟੇ ਹੁੰਦੇ ਸੀ, ਚਾਈਲਡਹੁੱਡ 'ਚ ਹੁੰਦੇ ਸੀ। ਯਾਨੀ ਕਿ ਉਹਨਾਂ ਬੱਚਿਆਂ ਨੂੰ ਦੇਖ ਕੇ ਉਹ ਜਿਹੜੇ ਸਾਰੇ ਬਜ਼ੁਰਗ ਬੰਦੇ ਨੇ ਉਹ ਆਪਣਾ ਬਚਪਨ ਯਾਦ ਕਰ ਰਹੇ ਨੇ। ਅੱਗੇ ਹੈ ਜੀ, ਇਨ ਆਵਰ ਯੂਥ ਟਾਈਮ ਵਰ ਸੀਨ ਔਨ ਦਾ ਐਕੋਇੰਗ ਗ੍ਰੀਨ। ਹੁਣ ਉਹ ਜਿਹੜੇ ਬਜ਼ੁਰਗ ਲੋਕ ਬੈਠੇ ਨੇ ਦਰਖਤ ਥੱਲੇ, ਤਾਂ ਉਹ ਕਹਿੰਦੇ ਨੇ ਕਿ ਜਦੋਂ ਅਸੀਂ ਕਿਸ਼ੋਰ ਅਵਸਥਾ 'ਚ ਹੁੰਦੇ ਸੀ, ਇਨ ਆਵਰ ਯੂਥ ਟਾਈਮ ਜਦੋਂ ਅਸੀਂ ਕਿਸ਼ੋਰ ਹੁੰਦੇ ਸੀ, ਮੁੰਡੇ ਕੁੜੀਆਂ ਹੁੰਦੇ ਸੀ, ਤਾਂ ਉਸ ਟਾਈਮ ਅਸੀਂ ਇਸੇ ਤਰ੍ਹਾਂ ਮਤਲਬ ਇਹ ਜਿਹੜੇ ਗਾਰਡਨ ਵਗੈਰਾ 'ਚ ਖੇਲਦੇ ਹੁੰਦੇ ਸੀ, ਤੇ ਇਸੇ ਤਰ੍ਹਾਂ ਦੀ ਐਕੋ ਹੁੰਦੀ ਸੀ, ਇਸੇ ਤਰ੍ਹਾਂ ਅਸੀਂ ਕਿਲਕਾਰੀਆਂ ਮਾਰਦੇ, ਸ਼ਾਊਟਿੰਗ ਕਰਦੇ, ਚੀਕਾਂ ਮਾਰਦੇ, ਤਾਂ ਉਹ ਆਪਣਾ ਟਾਈਮ ਯਾਦ ਕਰ ਰਹੇ ਨੇ। ਤਾਂ ਬੱਚਿਓ ਜਿਹੜਾ ਸੈਕਿੰਡ ਸਟੈਂਜ਼ਾ ਹੈ, ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਪੋਇਮ ਦੇ ਵਿੱਚ ਦੋ ਥੀਮ ਚੱਲਦੇ ਨੇ। ਇੱਕ ਤਾਂ ਦੇਖੋ ਨੇਚਰ ਦਾ ਥੀਮ ਚੱਲ ਰਿਹਾ ਹੈ, ਪਹਿਲੇ ਸਟੈਂਜ਼ੇ ਦੇ ਵਿੱਚ ਉਹ ਪੋਇਟ ਨੇ ਮਾਰਨਿੰਗ ਦੀ ਗੱਲ ਕੀਤੀ ਹੈ, ਸੈਕਿੰਡ ਸਟੈਂਜ਼ੇ ਦੇ ਵਿੱਚ ਪੋਸੀਬਲੀ ਉਸਨੇ ਆਫਟਰਨੂਨ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ ਜੇ ਆਪਾਂ ਹੁਣ ਦੂਸਰੇ ਪਾਸੇ ਦਾ ਦੂਜੇ ਥੀਮ ਨੂੰ ਲੈ ਕੇ ਚੱਲੀਏ, ਤਾਂ ਪਹਿਲੇ ਸਟੈਂਜ਼ੇ ਵਿੱਚ ਉਸਨੇ ਇੱਕ ਤਰ੍ਹਾਂ ਦੀ ਚਾਈਲਡਹੁੱਡ ਦੀ ਗੱਲ ਕੀਤੀ ਹੈ। ਬੱਚੇ ਦਾ ਜੋ ਮੇਨ ਜੋ ਪਹਿਲਾ ਫੇਜ਼ ਹੁੰਦਾ ਲਾਈਫ ਦਾ, ਉਹ ਚਾਈਲਡਹੁੱਡ ਹੁੰਦਾ ਹੈ। ਸੈਕਿੰਡ ਦੇ ਵਿੱਚ ਦੇਖੋ ਸਾਨੂੰ ਇਸ ਪੈਰੇ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ ਕਿ ਉਹ ਹੁਣ ਚਾਈਲਡ ਨਹੀਂ ਰਿਹਾ, ਉਹ ਹੁਣ ਮਤਲਬ ਉਹ ਇੱਕ ਤਰ੍ਹਾਂ ਦਾ ਥੋੜਾ ਜਿਹਾ ਵੱਡਾ ਹੋ ਗਿਆ, ਤਾਂ ਕਿ ਉਹ ਹੁਣ ਵੱਡਾ ਹੋ ਕੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰ ਰਿਹਾ ਹੈ। ਤਾਂ ਇੱਥੇ ਉਹ ਲਾਈਫ 'ਚ ਉਹ ਚਾਈਲਡਹੁੱਡ ਪਾਰ ਕਰ ਚੁੱਕਿਆ। ਤਾਂ ਮੈਂ ਤੁਹਾਨੂੰ ਜੋ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਇਸ ਪੋਇਮ ਦੇ ਵਿੱਚ ਇੱਕ ਨੇਚਰ ਦਾ ਥੀਮ ਤੇ ਇੱਕ ਲਾਈਫ ਸਾਈਕਲ ਦਾ ਥੀਮ ਨਾਲ ਨਾਲ ਚੱਲਦਾ ਹੈ। ਪੋਇਮ ਦੇ ਲਾਸਟ ਸਟੈਂਜ਼ੇ ਤੇ ਆਨੇ ਹਾਂ। ਟਿਲ ਦਾ ਲਿਟਲ ਵਨਸ ਵੇਅਰੀ, ਨੋ ਮੋਰ ਕੈਨ ਬੀ ਮੈਰੀ। ਤਾਂ ਹੁਣ ਤੀਸਰੇ ਸਟੈਂਜ਼ੇ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਦਿਨ ਦਾ ਸਾਈਕਲ ਹੈ ਉਹ ਚੇਂਜ ਹੋ ਜਾਂਦਾ ਹੈ। ਆਫਟਰਨੂਨ ਤੋਂ ਬਾਅਦ ਈਵਨਿੰਗ ਹੋ ਜਾਂਦੀ ਹੈ। ਇਹ ਸਾਰਾ ਜਿਹੜਾ ਸਟੈਂਜ਼ਾ ਹੈ ਇਸ ਦੇ ਵਿੱਚ ਸ਼ਾਮ ਦਾ ਜ਼ਿਕਰ ਹੈ। ਹੁਣ ਸ਼ਾਮ ਤੱਕ ਬੱਚੇ ਖੇਡਦੇ ਖੇਡਦੇ ਥੱਕ ਜਾਂਦੇ ਨੇ। ਲਿਟਲ ਵਨਸ ਇੱਥੇ ਚਿਲਡਰਨ ਨੂੰ ਕਿਹਾ ਗਿਆ ਹੈ। ਵੀਅਰੀ ਦਾ ਮਤਲਬ ਥੱਕ ਜਾਣਾ, ਪੂਰੀ ਤਰ੍ਹਾਂ ਥੱਕ ਗਏ। ਹੁਣ ਖੁਸ਼ੀਆਂ ਹਾਸਾ ਠੇਡਾ ਹੁਣ ਨਹੀਂ ਰਿਹਾ। ਨੋ ਮੋਰ ਕੈਨ ਬੀ ਮੈਰੀ। ਮੈਰੀ ਦਾ ਮਤਲਬ ਹਾਸਾ ਠਾਠਾ ਜੋ ਚੱਲ ਰਿਹਾ ਸੀ ਸਵੇਰ ਦਾ ਬੱਚਿਆਂ ਦਾ, ਉਹ ਹੁਣ ਨਹੀਂ ਰਿਹਾ, ਬਿਕੋਜ਼ ਬੱਚੇ ਥੱਕ ਗਏ। ਦ ਸਨ ਡਜ਼ ਡਿਸੈਂਡ ਐਂਡ ਅਵਰ ਸਪੋਰਟਸ ਹੈਵ ਐਨ ਐਂਡ। ਹੁਣ ਸੂਰਜ ਛਿਪ ਗਿਆ ਹੈ। ਦੇਖੋ ਯਾਦ ਕਰੋ, ਪੋਇਮ ਦੇ ਪਹਿਲੀ ਜਿਹੜੀ ਸ਼ੁਰੂਆਤ ਦੇ ਵਿੱਚ ਲਾਈਨ ਆਈ ਸੀ, ਦ ਸਨ ਡਜ਼ ਅਰਾਈਜ਼। ਮੈਂ ਤੁਹਾਨੂੰ ਕਿਹਾ ਨਾ ਕਿ ਪੋਇਮ ਦੇ ਵਿੱਚ ਰੈਪੀਟੀਸ਼ਨ ਬਹੁਤ ਹੋਈ ਹੈ ਵਰਡਸ ਦੀ। ਇੱਕ ਆ ਲਾਈਨ ਦੇ ਵਿੱਚ ਦ ਸਨ ਡਜ਼ ਅਰਾਈਜ਼, ਤੇ ਹੁਣ ਤੁਸੀਂ ਦੇਖੋ ਇੱਥੇ ਆ ਰਿਹਾ ਹੈ ਦ ਸਨ ਡਜ਼ ਡਿਸੈਂਡ, ਦ ਸਨ ਡਜ਼ ਡਿਸੈਂਡ। ਤਾਂ ਕਾਫੀ ਰੈਪੀਟੀਸ਼ਨ ਆਫ ਵਰਡਸ ਹੈ। ਤਾਂ ਇੱਥੇ ਮਤਲਬ ਹੈ ਕਿ ਸੂਰਜ ਛਿਪ ਗਿਆ ਹੈ, ਤੇ ਜਿਹੜੀਆਂ ਸਾਡਾ ਸਾਡਾ ਜਿਹੜਾ ਸਪੋਰਟਸ ਨੇ, ਜੋ ਸਾਡੀਆਂ ਖੇਡਾਂ ਨੇ, ਉਹ ਹੁਣ ਖਤਮ ਹੋ ਗਈਆਂ ਨੇ। ਉਹ ਸਾਡਾ ਮਜ਼ਾਕ, ਸਾਡਾ ਜੋ ਜੋ ਅਸੀਂ ਖੇਡ ਰਹੇ ਸੀ, ਜੋ ਸਾਡੀ ਖੇਡ ਚੱਲ ਰਹੀ ਸੀ, ਉਹ ਬੰਦ ਹੋ ਗਈ। ਹੁਣ ਹੋਇਆ ਕੀ ਜੀ, ਰਾਊਂਡ ਦਾ ਲੈਪਸ ਆਫ ਦੇਅਰ ਮਦਰਸ ਮੈਨੀ ਸਿਸਟਰਸ ਐਂਡ ਬ੍ਰਦਰਸ। ਹੁਣ ਉਹ ਬੱਚੇ ਖੇਡ ਨਹੀਂ ਰਹੇ, ਉਹ ਆਪਣੀਆਂ ਮਾਵਾਂ ਦੇ ਕੋਲ ਚਲੇ ਗਏ ਨੇ। ਮਾਵਾਂ ਦੀਆਂ ਗੋਦ ਦੇ ਵਿੱਚ ਜਾ ਕੇ ਉਹ ਚਲੇ ਗਏ ਨੇ। ਉਹਨਾਂ ਦੀਆਂ ਲੈਪਸ ਦਾ ਮਤਲਬ ਗੋਦ, ਆਪਣੀਆਂ ਜੋ ਮਦਰਸ ਨੇ ਉਹਨਾਂ ਦੀ ਲੈਪ ਦੇ ਵਿੱਚ ਚਲੇ ਗਏ, ਉਹਨਾਂ ਦੀ ਗੋਦ ਦੇ ਵਿੱਚ ਚਲੇ ਗਏ ਨੇ। ਉਹਨਾਂ ਦੇ ਵਿੱਚ ਲੜਕੀਆਂ ਵੀ ਨੇ, ਲੜਕੇ ਵੀ ਨੇ, ਸਾਰੇ ਹੀ ਨੇ ਜੋ ਖੇਡ ਰਹੇ ਸੀ। ਕਿਵੇਂ ਗਏ ਨੇ? ਲਾਈਕ ਬਰਡਸ ਇਨ ਦੇਅਰ ਨੈਸਟ। ਦੇਖੋ ਵਰਡ ਬੇਟਾ ਲਾਈਕ ਲੱਗਿਆ ਹੋਇਆ ਹੈ। ਤਾਂ ਉਹ ਬ੍ਰਦਰ ਤੇ ਸਿਸਟਰ ਜਿਹੜੇ ਜਿਹੜੇ ਮੁੰਡੇ ਕੁੜੀਆਂ ਨੇ, ਉਹ ਇਸ ਤਰ੍ਹਾਂ ਚਲੇ ਗਏ ਆਪਣੇ ਘਰਾਂ ਦੇ ਵਿੱਚ, ਆਪਣੀਆਂ ਮਾਵਾਂ ਦੇ ਕੋਲ, ਜਿਵੇਂ ਬਰਡਸ ਆਪਣੇ ਆਲ੍ਹਣਿਆਂ ਚਲੇ ਜਾਂਦੇ ਨੇ ਸ਼ਾਮ ਨੂੰ। ਤਾਂ ਹੁਣ ਤੁਸੀਂ ਦੇਖੋ ਇੱਥੇ ਇੱਕ ਹੋਰ ਪੋਇਟਿਕ ਡਿਵਾਈਸ ਯੂਜ਼ ਹੋਈ ਹੈ ਇਸ ਲਾਈਨ ਦੇ ਵਿੱਚ, ਜਿਸ ਨੂੰ ਅਸੀਂ ਕਹਿੰਦੇ ਹਾਂ ਸਿਮਿਲੀ। ਇਹਦੇ ਬਾਰੇ ਵੀ ਬੇਟਾ ਮੈਂ ਤੁਹਾਨੂੰ ਪਹਿਲਾਂ ਕਾਫੀ ਡਿਟੇਲ ਦੇ ਵਿੱਚ ਸਮਝਾਇਆ। ਸਿਮਿਲੀ ਉਦੋਂ ਯੂਜ਼ ਹੁੰਦੀ ਹੈ ਪੋਇਮ ਦੇ ਵਿੱਚ ਜਦੋਂ ਅਸੀਂ ਦੋ ਚੀਜ਼ਾਂ ਦੀ ਤੁਲਨਾ ਕਰਦੇ ਹਾਂ। ਇੱਥੇ ਦੇਖੋ ਸਿਸਟਰਸ ਐਂਡ ਬ੍ਰਦਰਸ ਨੂੰ ਬਰਡਸ ਦੇ ਨਾਲ ਤੁਲਨਾ ਕੀਤਾ ਗਿਆ ਕਿ ਜਿਵੇਂ ਬਰਡਸ ਨੈਸਟ ਚਲੇ ਜਾਂਦੇ ਨੇ, ਉਸੇ ਤਰ੍ਹਾਂ ਸਿਸਟਰ ਤੇ ਬ੍ਰਦਰਸ ਆਪਣੀ ਮਾਵਾਂ ਦੀਆਂ ਲੈਪਸ ਚਲੇ ਗਏ ਨੇ। ਲਾਈਕ ਸ਼ਬਦ ਲੱਗਿਆ ਹੋਇਆ ਤਾਂ ਇੱਥੇ ਸਿਮਿਲੀ ਯੂਜ਼ ਹੋ ਗਈ। ਐਂਡ ਰੈਡੀ ਫॉर ਰੈਸਟ, ਅਤੇ ਫਿਰ ਉਹ ਸਾਰੇ ਰੈਸਟ ਕਰਨ ਲਈ ਤਿਆਰ ਨੇ, ਬਿਕੋਜ਼ ਥੱਕ ਗਏ ਸਵੇਰ ਦੇ ਖੇਡਦੇ ਖੇਡਦੇ, ਤੇ ਹੁਣ ਉਹ ਸਾਰੇ ਜਣੇ ਜੋ ਬੱਚੇ ਨੇ ਉਹ ਰੈਸਟ ਕਰਨ ਲਈ ਤਿਆਰ ਨੇ। ਐਂਡ ਸਪੋਰਟ ਨੋ ਮੋਰ ਸੀਨ ਔਨ ਦਾ ਡਾਰਕਨਿੰਗ ਗ੍ਰੀਨ। ਤੇ ਹੁਣ ਜਿਹੜੀ ਉਹ ਜਿਹੜਾ ਸਾਡਾ ਹਾਸਾ ਮਜ਼ਾਕ, ਜੋ ਸਾਡੀਆਂ ਖੇਡਾਂ ਸੀਗੀਆਂ, ਉਹ ਹੁਣ ਸਾਨੂੰ ਨਹੀਂ ਦਿਖ ਰਹੀਆਂ। ਨੋ ਮੋਰ ਸੀਨ ਸਾਨੂੰ ਨਹੀਂ ਦਿਖ ਰਹੀਆਂ। ਕਿੱਥੇ? ਔਨ ਦਾ ਡਾਰਕਨਿੰਗ ਗ੍ਰੀਨ। ਹੁਣ ਇੱਥੇ ਐਕੋਇੰਗ ਗ੍ਰੀਨ ਨਹੀਂ ਲਿਖਿਆ ਹੋਇਆ, ਬਿਕੋਜ਼ ਐਕੋ ਤਾਂ ਬੱਚਿਆਂ ਦੇ ਨਾਲ ਹੈ, ਬੱਚੇ ਹੁਣ ਹੈ ਹੀ ਨਹੀਂ, ਤਾਂ ਇਸ ਕਰਕੇ ਹੁਣ ਉਹ ਡਾਰਕਨਿੰਗ ਹੋ ਗਈ। ਤੇ ਡਾਰਕਨਿੰਗ ਦਾ ਮਤਲਬ ਕਿ ਹਨੇਰਾ ਹੋ ਰਿਹਾ ਹੈ। ਤਾਂ ਉਹ ਜਿਹੜੀ ਗ੍ਰੀਨ ਹੈ, ਜੋ
ਖੇਡ ਦਾ ਮੈਦਾਨ ਸੀ ਉਹਨਾਂ ਦਾ, ਜੋ ਜਿਸ ਤੇ ਉਹ ਖੇਡ ਰਹੇ ਸੀ, ਗਾਰਡਨ ਦੇ ਵਿੱਚ ਜਾਂ ਬਾਗ ਦੇ ਵਿੱਚ, ਜਿੱਥੇ ਵੀ ਖੇਡ ਰਹੇ ਸੀਗੇ, ਉਹ ਹੁਣ ਡਾਰਕਨ ਹੋ ਗਿਆ, ਉਹ ਹੁਣ ਉੱਥੇ ਹਨੇਰਾ ਛਾ ਗਿਆ। ਤਾਂ ਬੇਟਾ ਜਿਹੜਾ ਤੀਸਰਾ ਸਟੈਂਜ਼ਾ ਹੈ, ਇਸ ਦੇ ਵਿੱਚ ਤੁਸੀਂ ਦੇਖੋ ਲਾਈਫ ਦਾ ਤੀਸਰਾ ਸਾਈਕਲ ਇੱਕ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੱਚਾ ਪਹਿਲਾਂ ਚਾਈਲਡਹੁੱਡ 'ਚ ਆਉਂਦਾ ਹੈ, ਫਿਰ ਉਹਦੇ ਵਿੱਚ ਥੋੜ੍ਹੀ ਜਿਹੀ ਅਡਲਟਹੁੱਡ ਆਉਂਦੀ ਹੈ, ਫਿਰ ਐਂਡ ਦੇ ਵਿੱਚ ਉਹ ਹੌਲੀ ਹੌਲੀ ਆਪਣੀ ਜੋ ਉਹਦਾ ਐਂਡ ਪੁਆਇੰਟ ਹੈ, ਡੈਥ ਵੱਲ ਵੱਧਦਾ ਹੈ। ਤਾਂ ਇਸ ਤਰ੍ਹਾਂ ਤਿੰਨੇ ਜਿਹੜੇ ਸਟੈਂਜ਼ਾਸ ਦੇ ਵਿੱਚ ਦੇਖੋ, ਪਹਿਲੇ ਸਟੈਂਜ਼ੇ ਦੇ ਵਿੱਚ ਮਾਰਨਿੰਗ ਦਾ ਜ਼ਿਕਰ ਹੈ, ਮਾਰਨਿੰਗ ਦੇ ਨਾਲ ਚਾਈਲਡਹੁੱਡ ਦਾ ਜ਼ਿਕਰ ਹੈ। ਦੂਜੇ ਸਟੈਂਜ਼ੇ ਦੇ ਵਿੱਚ ਤੁਹਾਡਾ ਜ਼ਿਕਰ ਹੈ ਜਦੋਂ ਬੱਚਾ ਅਡਲਟ ਹੋ ਗਿਆ, ਥੋੜ੍ਹਾ ਜਿਹਾ ਥੋੜ੍ਹੀ ਜਿਹੀ ਉਮਰ ਹੋ ਗਈ, ਅਤੇ ਫਿਰ ਉਹਦੇ ਨਾਲ ਉਹਦਾ ਆਫਟਰਨੂਨ, ਮੈਂ ਤੁਹਾਨੂੰ ਦੱਸਿਆ ਕਿ ਪੋਸੀਬਿਲਿਟੀ ਹੈ ਕਿ ਉੱਥੇ ਆਫਟਰਨੂਨ ਦਾ ਜ਼ਿਕਰ ਹੈ। ਅਤੇ ਤੀਸਰੇ ਸਟੈਂਜ਼ੇ ਦੇ ਵਿੱਚ ਈਵਨਿੰਗ ਜਾਂ ਨਾਈਟ ਦਾ ਜ਼ਿਕਰ ਹੈ, ਅਤੇ ਇੱਥੇ ਲਾਈਫ ਦਾ ਜਿਹੜਾ ਲਾਸਟ ਸਾਈਕਲ ਹੁੰਦਾ, ਡੈਥ, ਉਹਦਾ ਜ਼ਿਕਰ ਹੈ। ਤਾਂ ਨੇਚਰ ਦਾ ਸਾਈਕਲ ਤੇ ਲਾਈਫ ਸਾਈਕਲ ਇਹ ਨਾਲ ਨਾਲ ਚੱਲਦੇ ਨੇ। ਉਮੀਦ ਹੈ ਬੱਚਿਓ ਤੁਹਾਨੂੰ ਇਹ ਪੋਇਮ ਪੂਰੀ ਤਰ੍ਹਾਂ ਸਮਝ ਆਈ ਹੋਏਗੀ। ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ, ਤੁਸੀਂ ਮੇਰੇ ਨਾਲ WhatsApp ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਹੁਣ ਮੈਂ ਤੁਹਾਨੂੰ ਐਜ਼ ਅ ਹੋਮਵਰਕ ਤੁਹਾਨੂੰ ਇਹ ਦੇ ਰਿਹਾ ਕਿ ਇਹਦੇ ਜਿਹੜੇ ਤਿੰਨੇ ਸਟੈਂਜ਼ੇ ਨੇ, ਉਸ ਨੂੰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਉਸ ਨੂੰ ਲਿਖਣਾ ਹੈ ਅਤੇ ਮੈਨੂੰ ਉਸ ਦੀਆਂ ਪਿਕਸ ਭੇਜਣੀਆਂ ਨੇ। ਅਤੇ ਫਿਰ ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਗਲੋਸਰੀ ਹੈ, ਇਸ ਦੇ ਸਾਰੇ ਵਰਡਸ ਨੂੰ ਤੁਸੀਂ ਲਿਖਣਾ ਹੈ। ਘੱਟੋ ਘੱਟ ਇਹ ਵਰਡਸ ਤਾਂ ਲਿਖਣੇ ਨੇ, ਜੇ ਇਸ ਤੋਂ ਜ਼ਿਆਦਾ ਵਰਡਸ ਲਿਖ ਸਕਦੇ ਹੋ ਜਿਨ੍ਹਾਂ ਦੇ ਮੈਂ ਮਤਲਬ ਸਮਝਾਏ ਨੇ, ਤੁਸੀਂ ਉਹ ਲਿਖ ਸਕਦੇ ਹੋ। ਉਹਦੇ ਵਿੱਚ ਉਵੇਂ ਹੀ ਹੈ, ਸੀਰੀਅਲ ਨੰਬਰ ਪਾ ਕੇ, ਵਰਡ ਪਾ ਕੇ, ਉਹਦਾ ਮੀਨਿੰਗ ਪਾ ਕੇ, ਜੇ ਹੋ ਸਕੇ ਨਾਲ ਪੰਜਾਬੀ 'ਚ ਮੀਨਿੰਗ ਵੀ ਪਾ ਸਕਦੇ ਹੋ ਤੁਹਾਡੀ ਸਮਝ ਦੇ ਲਈ। ਤਾਂ ਇਹ ਸਾਰਾ ਕੰਮ ਤੁਸੀਂ ਆਪਣੀਆਂ ਫੈਰ ਨੋਟਬੁੱਕਸ 'ਤੇ ਕਰਨਾ ਹੈ, ਅਤੇ ਉਹਨਾਂ ਨੋਟਬੁੱਕਸ 'ਤੇ ਇਹ ਕੰਮ ਕਰਕੇ ਤੁਸੀਂ ਮੈਨੂੰ ਉਸਦੀਆਂ ਪਿਕਸ ਜ਼ਰੂਰ ਭੇਜਣੀਆਂ ਹਨ। ਧੰਨਵਾਦ।